ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ, ਮੈਂ ਅਮਨਦੀਪ ਕੌਰ ਲੈਕਚਰਰ ਪੰਜਾਬੀ। ਅੱਜ ਆਪਾਂ ਵਾਕ ਵਟਾਂਦਰੀ ਬਾਰੇ ਗੱਲ ਕਰਾਂਗੇ। ਜਿਵੇਂ ਆਪਾਂ ਪਿਛਲੇ ਲੈਕਚਰ ਦੇ ਵਿੱਚ ਗੱਲ ਕੀਤੀ ਸੀ ਕਿ ਵਾਕ ਕੀ ਹੁੰਦਾ, ਕਿਹੜੇ ਅੰਗ ਹੁੰਦੇ ਨੇ, ਕਿੰਨੀਆਂ ਕਿਸਮਾਂ ਹੁੰਦੀਆਂ ਨੇ, ਉਹਦੀ ਗੱਲ ਕੀਤੀ ਸੀ। ਉਹਨਾਂ ਸਾਰਿਆਂ ਦਾ ਸੰਬੰਧ ਆ ਵਾਕ ਵਟਾਂਦਰੇ ਦੇ ਨਾਲ, ਕਿਉਂਕਿ ਵਾਕ ਵਟਾਂਦਰਾ ਉਹ ਹੁੰਦਾ ਜਿਹਦੇ ਵਿੱਚ ਇੱਕ ਵਾਕ ਦੀ ਕਿਸਮ ਨੂੰ ਦੂਜੀ ਵਾਕ ਦੀ ਕਿਸਮ ਦੇ ਵਿੱਚ ਅਸੀਂ ਬਦਲਣਾ, ਪਰ ਸ਼ਰਤ ਇਹ ਹੁੰਦੀ ਆ ਕਿ ਉਹਦੇ ਅਰਥ ਨੇ ਜਿਹੜੇ ਉਹ ਨਹੀਂ ਬਦਲਣੇ ਚਾਹੀਦੇ। ਹਾਂ, ਵਾਕ ਵਟਾਂਦਰਾ ਕਰਦੇ ਸਮੇਂ ਅਸੀਂ ਇੱਕ ਵਾਕ ਦੀ ਸ਼ਬਦਾਵਲੀ ਦਾ ਉਹਦੇ ਵਿੱਚ ਅਸੀਂ ਹੇਰ ਫੇਰ ਜ਼ਰੂਰ ਕਰ ਸਕਦੇ ਹੁੰਦੇ ਹਾਂ, ਪਰ ਜੋ ਵਾਕ ਦੇ ਵਿੱਚ ਮੰਨ ਲਓ ਸਾਨੂੰ ਉਦਾਹਰਨ ਦੇ ਤੌਰ 'ਤੇ ਦਿੱਤਾ ਗਿਆ ਕਿ ਇਹ ਸਧਾਰਨ ਵਾਕ ਆ, ਅੱਗੇ ਵੱਧ ਕੇ ਵੈਰੀ ਦੇ ਦੰਦ ਖੱਟੇ ਕਰੋ, ਅਤੇ ਸਾਨੂੰ ਕਿਹਾ ਗਿਆ ਕਿ ਇਹਨੂੰ ਅਸੀਂ ਸੰਯੁਕਤ ਵਾਕ ਵਿੱਚ ਬਦਲਣਾ। ਠੀਕ ਆ, ਵਾਕ ਵਟਾਂਦਰੇ ਦਾ ਮਤਲਬ ਇਹ ਹੈ ਕਿ ਇੱਕ ਵਾਕ ਦੀ ਕਿਸਮ ਨੂੰ ਦੂਜੀ ਵਿੱਚ ਬਦਲ ਦੇਣਾ। ਹੁਣ ਇੱਥੇ ਕੀ ਹੈ, ਸੰਯੁਕਤ ਵਾਕ ਵਿੱਚ ਬਦਲਣਾ, ਤਾਂ ਅਸੀਂ ਪਿੱਛੇ ਗੱਲ ਕੀਤੀ ਹੋਈ ਹੈ ਕਿ ਸੰਯੁਕਤ ਵਾਕ ਲਈ ਸਾਨੂੰ ਕਿਹਦੀ ਜ਼ਰੂਰਤ ਪਏਗੀ, ਸਮਾਨ ਯੋਜਕ ਦੀ। ਸਮਾਨ ਯੋਜਕ ਕਿਹੜੇ ਹੁੰਦੇ ਨੇ ਤੁਹਾਨੂੰ ਪਤਾ ਹੀ ਆ, ਅਤੇ ਤੇ ਪਰ ਫਿਰ ਵੀ ਇਹ ਸਾਰੇ ਹੈ ਨਾ। ਠੀਕ ਆ, ਹੁਣ ਇੱਥੇ ਕੀ ਆ, ਅੱਗੇ ਵਧੋ ਅਤੇ ਵੈਰੀ ਦੇ ਦੰਦ ਖੱਟੇ ਕਰੋ। ਹੁਣ ਕੀ ਆ ਕਿ ਸਧਾਰਨ ਵਾਕ ਵਿੱਚ ਵੀ ਅਰਥ ਸੇਮ ਸੀਗਾ, ਠੀਕ ਆ, ਅਤੇ ਸੰਯੁਕਤ ਵਾਕ ਦੇ ਵਿੱਚ ਵੀ ਅਰਥ ਆ ਜਿਹੜਾ ਉਹ ਸੇਮ ਹੀ ਰਿਹਾ। ਇਸ ਕਰਕੇ ਵਾਕ ਵਟਾਂਦਰੇ ਦੇ ਵਿੱਚ ਅਸੀਂ ਨੇ ਇਸ ਗੱਲ ਦਾ ਧਿਆਨ ਰੱਖਣਾ ਕਿ ਸ਼ਬਦਾਂ ਦਾ ਹੇਰ ਫੇਰ ਅਸੀਂ ਕਰ ਸਕਦੇ ਹਾਂ, ਪਰ ਅਰਥ ਜਿਹੜਾ ਉਹ ਸੇਮ ਹੀ ਰਹਿਣਾ ਚਾਹੀਦਾ। ਸੰਯੁਕਤ ਵਾਕ ਮਤਲਬ ਅਸੀਂ ਅਤੇ ਲਾਤਾ, ਇੱਥੇ ਸਮਾਨ ਯੋਜਕ ਲਗਾ ਦਿੱਤਾ। ਠੀਕ ਆ, ਹੁਣ ਇਸੇ ਤਰ੍ਹਾਂ ਆ ਗਿਆ ਕਿ ਸੰਯੁਕਤ ਵਾਕ ਤੋਂ ਅਸੀਂ ਨੇ ਸਧਾਰਨ ਵਾਕ ਬਣਾਉਣਾ। ਜਦੋਂ ਅਸੀਂ ਸਧਾਰਨ ਵਾਕ ਬਣਾਉਣਾ ਤਾਂ ਸਾਨੂੰ ਪਤਾ ਹੀ ਹੈ ਕਿ ਸੰਯੁਕਤ ਅਤੇ ਮਿਸ਼ਰਤ ਦੇ ਵਿੱਚ ਤਾਂ ਅਸੀਂ ਯੋਜਕਾਂ ਦੀ ਵਰਤੋਂ ਕਰਦੇ ਹਾਂ। ਸਧਾਰਨ ਵਾਕ ਉਹ ਹੁੰਦਾ ਜਿਹਦੇ ਵਿੱਚ ਅਸੀਂ ਕਿਸੇ ਵੀ ਇਸ ਤਰ੍ਹਾਂ ਦੇ ਯੋਜਕ ਦੀ ਵਰਤੋਂ ਨਹੀਂ ਕਰਨੀ। ਸੰਯੁਕਤ ਵਾਕ ਕੀ ਆ, ਸੂਰਜ ਨਿਕਲਿਆ ਅਤੇ, ਹੁਣ ਅਤੇ ਆ ਗਿਆ ਤਾਂ ਸਾਨੂੰ ਪਤਾ ਕਿ ਇਹ ਸੰਯੁਕਤ ਵਾਕ ਆ, ਅਸੀਂ ਆਪੋ ਆਪਣੇ ਕੰਮਾਂ ਵਿੱਚ ਰੁੱਝ ਗਏ। ਠੀਕ ਹੈ, ਸਧਾਰਨ ਵਾਕ ਕੀ ਹੋ ਗਿਆ, ਸੂਰਜ ਨਿਕਲਦੇ ਸਾਰ ਅਸੀਂ ਆਪੋ ਆਪਣੇ ਕੰਮਾਂ ਵਿੱਚ ਰੁੱਝ ਗਏ। ਠੀਕ ਹੈ, ਸ਼ਬਦਾਵਲੀ ਦਾ ਹੇਰ ਫੇਰ ਆਪਾਂ ਜ਼ਰੂਰ ਕੀਤਾ, ਪਰ ਅਰਥ ਆ ਜਿਹੜਾ ਉਹ ਸੇਮ ਹੀ ਰਿਹਾ। ਠੀਕ ਆ, ਹੁਣ ਇਸੇ ਤਰ੍ਹਾਂ ਅਗਲੀ ਉਦਾਹਰਨ ਆ, ਸਧਾਰਨ ਵਾਕ ਆ, ਸਮਝਦਾਰ ਬੱਚੇ ਮਾਪਿਆਂ ਦਾ ਕਿਹਾ ਮੰਨਦੇ ਹਨ। ਆਪਾਂ ਮਿਸ਼ਰਤ ਵਾਕ ਬਣਾਉਣਾ, ਤਾਂ ਮਿਸ਼ਰਤ ਵਾਕ ਜਿਹੜਾ ਬਣਾਉਣਾ ਤਾਂ ਉਹਦੇ ਲਈ ਆਪਾਂ ਨੂੰ ਕਿਹੜੇ ਯੋਜਕ ਦੀ ਵਰਤੋਂ ਹੋਣੀ ਸੀਗੀ, ਅਧੀਨ ਯੋਜਕ ਦੀ। ਅਧੀਨ ਯੋਜਕ ਕਿਹੜੇ ਹੁੰਦੇ ਨੇ, ਕਿ, ਜੋ, ਜਿਹੜਾ, ਜਿਵੇਂ। ਠੀਕ ਆ, ਇਸੇ ਤਰ੍ਹਾਂ ਹੁਣ ਇੱਥੇ ਕੀ ਆ ਗਿਆ, ਜਿਹੜੇ ਬੱਚੇ ਸਮਝਦਾਰ ਹੁੰਦੇ ਹਨ ਉਹ ਮਾਪਿਆਂ ਦਾ ਕਿਹਾ ਮੰਨਦੇ ਹਨ। ਭਾਵ ਮਿਸ਼ਰਤ ਵਾਕ ਵਿੱਚ ਕੀ ਆ ਕਿ ਵਾਕ ਦਾ ਇੱਕ ਹਿੱਸਾ ਦੂਜੇ ਦੇ ਉੱਪਰ ਨਿਰਭਰ ਕਰਦਾ, ਜਿਹੜੇ ਬੱਚੇ ਸਮਝਦਾਰ ਹੁੰਦੇ ਹਨ। ਠੀਕ ਹੈ, ਇੱਥੋਂ ਤੱਕ ਵਾਕ ਆ। ਹੁਣ ਸਾਨੂੰ ਕੀ ਪਤਾ ਕਿਹੜੇ ਬੱਚੇ, ਅਗਲਾ ਵਾਕ ਪੂਰਾ ਕਰਾਂਗੇ ਤਾਂ ਹੀ ਉਹਦਾ ਅਰਥ ਸਾਨੂੰ ਸਮਝ ਆਏਗਾ, ਉਹ ਮਾਪਿਆਂ ਦਾ ਕਿਹਾ ਮੰਨਦੇ ਹਨ। ਠੀਕ ਹੈ, ਹੁਣ ਇਸੇ ਤਰ੍ਹਾਂ ਅਸੀਂ ਨੇ ਕਰਨਾ ਗਾ ਸੰਯੁਕਤ ਵਾਕ। ਸੰਯੁਕਤ ਵਾਕ ਕੀ ਆ, ਬਜ਼ੁਰਗਾਂ ਦੀ ਸੇਵਾ ਕਰੋ ਅਤੇ ਉਹਨਾਂ ਦੀਆਂ ਅਸੀਸਾਂ ਲਓ। ਮਿਸ਼ਰਤ ਵਾਕ ਬਣਾਉਣਾ ਤਾਂ ਸਾਨੂੰ ਕੀ ਆ, ਜਦੋਂ ਅਸੀਂ ਮਿਸ਼ਰਤ ਵਾਕ ਬਣਾਉਣਾ ਤਾਂ ਸਾਡੇ ਲਈ ਜ਼ਰੂਰੀ ਕੀ ਆ ਕਿ ਅਸੀਂ ਉਹਦੇ ਵਿੱਚੋਂ ਅਤੇ ਸਮਾਨ ਯੋਜਕ ਖਤਮ ਕਰਾਂਗੇ। ਠੀਕ ਆ, ਅਗਰ ਤਾਂ ਤੁਹਾਨੂੰ ਆ ਗਿਆ ਕਿ ਤੁਸੀਂ ਸੰਯੁਕਤ ਵਾਕ ਬਣਾਉਣਾ, ਪਹਿਲਾਂ ਮਿਸ਼ਰਤ ਵਾਕ ਦਿੱਤਾ ਹੋਇਆ ਉਹਨਾਂ ਨੇ, ਤਾਂ ਅਸੀਂ ਉਹਦੇ ਵਿੱਚੋਂ ਅਧੀਨ ਯੋਜਕ ਕੱਢ ਕੇ ਸਮਾਨ ਯੋਜਕ ਲਗਾ ਦਾਂਗੇ। ਇਸੇ ਤਰ੍ਹਾਂ ਅਗਰ ਸਾਡੇ ਕੋਲ ਆ ਗਿਆ ਕਿ ਅਸੀਂ ਉਹਨੂੰ ਸੰਯੁਕਤ ਬਣਾਉਣਾ ਤਾਂ ਅਸੀਂ ਉਹਦੇ ਵਿੱਚੋਂ ਅਧੀਨ ਯੋਜਕ ਕੱਢਾਂਗੇ, ਸਮਾਨ ਯੋਜਕ ਲਗਾਵਾਂਗੇ। ਠੀਕ ਆ, ਇਸੇ ਤਰ੍ਹਾਂ ਆ ਗਿਆ, ਹੁਣ ਆ ਗਏ ਹਾਂ ਵਾਚਕ ਵਾਕ। ਹਾਂ ਵਾਚਕ ਵਾਕ ਕਿਹੜਾ, ਮਿਹਨਤ ਸਫਲ ਹੋਈ। ਮਿਹਨਤ ਸਫਲ ਹੋਈ ਦਾ ਮਤਲਬ ਕੀ, ਅਸੀਂ ਇਹਨੂੰ ਨਾ ਵਾਚਕ ਬਣਾਉਣਾ। ਹੁਣ ਇਹ ਤਾਂ ਅਸੀਂ ਕਹਿ ਨਹੀਂ ਸਕਦੇ ਕਿ ਮਿਹਨਤ ਸਫਲ ਨਹੀਂ ਹੋਈ, ਇਹਦੇ ਨਾਲ ਤਾਂ ਵਾਕ ਦਾ ਅਰਥ ਹੀ ਬਦਲ ਜੂ। ਵਾਕ ਵਿੱਚ ਦਿੱਤਾ ਹੋਇਆ ਕਿ ਮਿਹਨਤ ਸਫਲ ਹੋਈ, ਮਿਹਨਤ ਹਮੇਸ਼ਾ ਹੀ ਕੀ ਹੁੰਦੀ ਹੈ, ਸਫਲ ਹੁੰਦੀ ਹੈ, ਤਾਂ ਅਸੀਂ ਲਿਖਾਂਗੇ ਮਿਹਨਤ ਅਸਫਲ ਨਹੀਂ ਹੋਈ, ਅਰਥ ਸੇਮ ਹੀ ਰਿਹਾ। ਨਹੀਂ ਲਗਾ ਦਿੱਤਾ, ਨਾ ਵਾਚਕ ਬਣ ਗਿਆ। ਠੀਕ ਆ, ਇਸੇ ਤਰ੍ਹਾਂ ਨਾ ਵਾਚਕ ਤੋਂ ਹੁਣ ਅਸੀਂ ਹਾਂ ਵਾਚਕ ਬਣਾਉਣਾ, ਉਹ ਕਦੇ ਝੂਠ ਨਹੀਂ ਬੋਲਦਾ, ਤਾਂ ਕੀ ਬਣ ਗਿਆ, ਹਾਂ ਵਾਚਕ ਬਣਾਉਣਾ ਤਾਂ ਨਹੀਂ ਇਹਦੇ ਵਿੱਚੋਂ ਕੱਢਣਾ ਅਸੀਂ, ਉਹ ਹਮੇਸ਼ਾ ਸੱਚ ਬੋਲਦਾ। ਠੀਕ ਹੈ, ਇਸੇ ਤਰ੍ਹਾਂ ਪ੍ਰਸ਼ਨ ਵਾਚਕ ਆ ਗਿਆ। ਪ੍ਰਸ਼ਨ ਵਾਚਕ ਵਾਕ ਵਿੱਚ ਕੀ ਹੁੰਦਾ, ਤੁਹਾਡਾ ਨਾਂ ਕੀ ਹੈ, ਜਿਹਦੇ ਪਿੱਛੇ ਪ੍ਰਸ਼ਨ ਵਾਚਕ ਚਿੰਨ੍ਹ ਜਿਹੜਾ ਪਿਆ ਹੋਵੇ। ਇਹਨੂੰ ਸਧਾਰਨ ਬਣਾਉਣਾ ਤਾਂ ਅਸੀਂ ਕੀ ਕਰਾਂਗੇ, ਤੁਸੀਂ ਆਪਣਾ ਨਾਂ ਦੱਸੋ। ਠੀਕ ਹੈ ਬੱਚਿਓ, ਸਧਾਰਨ ਵਾਕ ਹੀ ਤੁਹਾਡੇ ਕੋਲ ਆ ਗਿਆ ਕਿ ਤੁਹਾਡੀ ਸਿਆਣਪ ਨੂੰ ਸਭ ਜਾਣਦੇ ਨੇ। ਤੁਸੀਂ ਇਹਨੂੰ ਪ੍ਰਸ਼ਨ ਵਾਚਕ ਬਣਾਓਗੇ ਤਾਂ ਤੁਸੀਂ ਕਿਵੇਂ ਬਣਾਓਗੇ, ਤੁਹਾਡੀ ਸਿਆਣਪ ਨੂੰ ਕੌਣ ਨਹੀਂ ਜਾਣਦਾ। ਬਸ ਗੱਲ, ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਕਿ ਵਾਕ ਵਟਾਂਦਰੇ ਕਰਦੇ ਸਮੇਂ ਵਾਕ ਦਾ ਅਰਥ ਨਹੀਂ ਬਦਲਣਾ ਚਾਹੀਦਾ। ਜਿਸ ਕਿਸਮ ਦੇ ਵਿੱਚ ਤੁਸੀਂ ਨੇ ਉਹਨੂੰ ਕਰਨਾ, ਸ਼ਬਦਾਂ ਦਾ ਹੇਰ ਫੇਰ ਕਰ ਸਕਦੇ ਹੋ, ਅਰਥ ਉਹੀ ਰਹਿਣਾ ਚਾਹੀਦਾ ਜੋ ਕਿਸਮ ਦੇ ਵਿੱਚ ਦਿੱਤਾ ਹੋਇਆ ਪਹਿਲੇ ਵਿੱਚ। ਠੀਕ ਆ ਬੱਚੋ, ਇਸ ਤੋਂ ਬਿਨਾਂ ਆ ਜਾਂਦੇ ਨੇ ਕਰਤਰੀ ਔਰ ਕਰਮਣੀ ਵਾਕ। ਕਰਤਰੀ ਵਾਕ ਕਿਹੜੇ ਹੋ ਗਏ, ਜਿਨ੍ਹਾਂ ਵਿੱਚ ਕਰਤਾ ਅੱਗੇ ਹੁੰਦਾ। ਠੀਕ ਆ, ਹੁਣ ਕਰਤਰੀ ਵਾਕ ਕੀ ਆ, ਮੈਂ ਰੋਟੀ ਖਾ ਰਿਹਾ ਹਾਂ। ਠੀਕ ਆ,
ਇਹ ਕਰਤਰੀ ਵਾਕ ਹੈ, ਇਹਨੂੰ ਕਰਮਣੀ ਬਣਾਉਣਾ। ਕਰਮਣੀ ਦਾ ਮਤਲਬ ਕੀ ਆਪਾਂ ਨੂੰ ਪਤਾ ਹੀ ਹੈ ਕਿ ਸਾਡੀ ਜਿਹੜੀ ਵਾਕ ਬਣਤਰ ਉਹ ਕਰਤਾ ਪਲੱਸ ਕਰਮ ਪਲੱਸ ਕਿਰਿਆ ਦੀ ਹੈ, ਠੀਕ ਆ। ਤਾਂ ਹੁਣ ਮੈਂ ਕੀ ਹੋ ਗਿਆ ਇੱਥੇ, ਕਰਤਾ ਹੋ ਗਿਆ। ਕਰਮਣੀ ਬਣਾਉਣਾ ਤਾਂ ਕਰਮ ਨੂੰ ਅੱਗੇ ਲੈ ਕੇ ਆਉਣਾ। ਕਰਮ ਕੀ ਆ, ਰੋਟੀ ਆ, ਠੀਕ ਆ। ਹੁਣ ਆਪਾਂ ਬਣਾਵਾਂਗੇ ਜਦੋਂ ਇਹਨੂੰ ਕਰਮਣੀ ਵਾਕ ਤਾਂ ਕੀ ਬਣ ਜੂਗਾ, ਰੋਟੀ ਮੇਰੇ ਦੁਆਰਾ ਖਾਧੀ ਜਾ ਰਹੀ ਹੈ। ਸਮਝ ਲੱਗ ਗਈ ਕਿ ਜਦੋਂ ਕਰਤਰੀ ਨੂੰ ਕਰਮਣੀ ਵਿੱਚ ਬਦਲਣਾ ਗਾ ਤਾਂ ਕਰਮ ਨੂੰ ਅਸੀਂ ਅੱਗੇ ਲੈ ਆਉਣਾ ਗਾ, ਕਰਤਾ ਨੂੰ ਅਸੀਂ ਪਿੱਛੇ ਕਰ ਦੇਵਾਂਗੇ, ਠੀਕ ਆ। ਇਸੇ ਤਰ੍ਹਾਂ ਆ ਗਿਆ ਹੁਣ ਕਰਮਣੀ ਵਾਕ ਤੁਹਾਨੂੰ ਦਿੱਤਾ ਹੋਇਆ, ਬੂਟਿਆਂ ਨੂੰ ਮਾਲੀ ਦੁਆਰਾ ਪਾਣੀ ਦਿੱਤਾ ਗਿਆ। ਇਹਨੂੰ ਕਰਤਰੀ ਬਣਾਉਣਾ, ਬਸ ਮਾਲੀ ਆ ਜਿਹੜਾ ਸਬਜੈਕਟ ਆ ਉਹਨੂੰ ਅੱਗੇ ਲੈ ਕੇ ਆਉਣਾ। ਮਾਲੀ ਨੇ ਬੂਟਿਆਂ ਨੂੰ ਪਾਣੀ ਦਿੱਤਾ। ਸਮਝ ਲੱਗ ਗਈ ਬੱਚਿਓ ਤੁਹਾਨੂੰ, ਠੀਕ ਆ। ਕਿ ਇਸ ਤਰ੍ਹਾਂ ਬਸ ਅਸੀਂ ਨੇ ਕਿ ਵਾਕ ਦੇ ਵਟਾਂਦਰਾ ਜਦੋਂ ਅਸੀਂ ਨੇ ਕਰਨਾ, ਇੱਕ ਕਿਸਮ ਨੂੰ ਦੂਜੀ ਵਿੱਚ ਬਦਲਣਾ, ਤਾਂ ਸਿਰਫ ਅਸੀਂ ਨੇ ਧਿਆਨ ਰੱਖਣਾ। ਤੇ ਇੱਕ ਤਾਂ ਸਾਡੇ ਲਈ ਜ਼ਰੂਰੀ ਹੈ ਕਿ ਮਿਸ਼ਰਤ ਵਾਕ ਲਈ ਕਿਹੜੇ ਯੋਜਕਾਂ ਦੀ ਵਰਤੋਂ ਹੋਣੀ ਚਾਹੀਦੀ ਆ, ਸੰਯੁਕਤ ਲਈ ਕਿਹੜੇ ਯੋਜਕਾਂ ਦੀ ਵਰਤੋਂ ਹੋਣੀ ਚਾਹੀਦੀ ਆ, ਇਹ ਗੱਲਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ। ਤੇ ਦੂਸਰਾ ਧਿਆਨ ਸਾਨੂੰ ਇਹ ਰੱਖਣਾ ਚਾਹੀਦਾ ਕਿ ਅਰਥ ਨਾ ਬਦਲੇ। ਧੰਨਵਾਦ।